Hello students, now we are going to discuss regarding dual system. Dual system means ਦੋਹਰੀ ਸ਼ਾਸਨ ਪ੍ਰਣਾਲੀ। ਦੋਹਰੀ ਸ਼ਾਸਨ ਪ੍ਰਣਾਲੀ ਤੋਂ ਕੀ ਭਾਵ ਹੈ? ਦੋਹਰੀ means ਦੋਹਰਾ ਸ਼ਾਸਨ, ਅਰਥਾਤ ਜਿੱਥੇ ਦੋ ਸ਼ਕਤੀਆਂ ਦਾ ਸ਼ਾਸਨ ਹੋਵੇ। ਔਰ ਦੋਹਰੀ ਸ਼ਾਸਨ ਪ੍ਰਣਾਲੀ ਕਿੱਥੇ ਸਥਾਪਿਤ ਹੋਈ ਸੀ? ਬੰਗਾਲ ਦੇ ਵਿੱਚ ਸਥਾਪਿਤ ਹੋਈ ਸੀ। ਤੇ ਕਦੋਂ? 1765 ਈਸਵੀ ਦੇ ਵਿੱਚ। ਕਿਸ ਨੇ ਦੋਹਰੀ ਸ਼ਾਸਨ ਪ੍ਰਣਾਲੀ ਸਥਾਪਿਤ ਕੀਤੀ ਸੀ? ਕਲਾਈਵ ਨੇ। ਕਲਾਈਵ ਬਾਰੇ ਆਪਾਂ ਪੜ੍ਹਿਆ ਸੀ ਕਿ 1757 ਈਸਵੀ ਦੇ ਵਿੱਚ ਪਲਾਸੀ ਦੀ ਲੜਾਈ ਵਿੱਚ ਕਲਾਈਵ ਨੇ ਬੰਗਾਲ ਦੇ ਨਵਾਬ ਸਿਰਾਜੂਦੌਲਾ ਨੂੰ ਹਰਾਇਆ ਸੀ। ਉਸ ਤੋਂ ਬਾਅਦ ਫਿਰ ਕੰਪਨੀ ਨੇ ਕਲਾਈਵ ਨੂੰ ਬੰਗਾਲ ਦਾ ਗਵਰਨਰ ਬਣਾਇਆ ਸੀ 1757 ਤੋਂ 1760 ਈਸਵੀ ਤੱਕ। ਉਸ ਤੋਂ ਬਾਅਦ ਦੂਸਰੀ ਵਾਰੀ ਕਲਾਈਵ ਜਿਹੜਾ ਸੀ ਉਹ ਬੰਗਾਲ ਦਾ ਗਵਰਨਰ ਬਣ ਕੇ ਆਇਆ 1765 ਈਸਵੀ ਤੋਂ 1767 ਈਸਵੀ ਦੇ ਦੌਰਾਨ। ਇਸੇ ਟਾਈਮ ਦੇ ਦੌਰਾਨ ਜਿਹੜਾ ਸੀ ਇਹਨੇ ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਸੀ। ਹੁਣ ਆਪਾਂ ਜਰਾ ਨਜ਼ਰ ਮਾਰੀਏ ਕਿ ਬੰਗਾਲ ਦੇ ਨਵਾਬ ਦੇ ਕੋਲ ਦੋ ਪਾਵਰਜ਼ ਸੀਗੀਆਂ, ਮੀਨਸ ਦੋ ਸ਼ਕਤੀਆਂ ਸੀਗੀਆਂ। ਉਸ ਦੇ ਕੋਲ ਦੋ ਅਧਿਕਾਰ ਸੀਗੇ, ਇੱਕ ਤਾਂ ਦੀਵਾਨੀ ਦਾ ਅਧਿਕਾਰ ਸੀ ਤੇ ਦੂਸਰਾ ਨਿਜ਼ਾਮਤ ਦਾ ਅਧਿਕਾਰ ਸੀ। ਇਹਦਾ ਮਤਲਬ ਕਿ ਬੰਗਾਲ ਦਾ ਨਵਾਬ ਜਿਹੜਾ ਸੀ ਉਹ ਬੰਗਾਲ ਵਿੱਚੋਂ ਭੂਮੀ ਕਰ ਇਕੱਠਾ ਕਰ ਸਕਦਾ ਸੀ। ਇਹ ਪਾਵਰ ਉਹਦੇ ਕੋਲ ਸੀਗੀ। ਦੀਵਾਨੀ ਮਤਲਬ ਭੂਮੀ ਕਰ ਇਕੱਠਾ ਕਰਨ ਦੀ ਸ਼ਕਤੀ। ਦੂਸਰੀ ਸ਼ਕਤੀ ਜਾਂ ਦੂਸਰੀ ਪਾਵਰ ਹੈ ਨਿਜ਼ਾਮਤ। ਨਿਜ਼ਾਮਤ ਦੇ ਵਿੱਚ ਤਿੰਨ ਪਾਵਰਸ ਆਉਂਦੀਆਂ। ਸਭ ਤੋਂ ਪਹਿਲਾਂ ਤਾਂ ਨਾਗਰਿਕਾਂ ਦੇ ਨਾਲ ਰਿਲੇਟਡ ਉਹਨਾਂ ਦੀ ਭਲਾਈ ਵਾਸਤੇ ਕੰਮ ਕਰਨੇ। ਦੂਸਰਾ ਹੈ ਪੁਲਿਸ ਦਾ ਪ੍ਰਬੰਧ ਕਰਨਾ ਪੂਰੇ ਆਪਣੇ ਸਟੇਟ ਦੇ ਵਿੱਚ। ਤੀਸਰਾ ਹੈ ਫੌਜ ਦਾ ਪ੍ਰਬੰਧ ਕਰਨ ਦੀ ਸ਼ਕਤੀ। ਇਸ ਤਰ੍ਹਾਂ ਨਿਜ਼ਾਮਤ ਦੇ ਵਿੱਚ ਤਿੰਨ ਪਾਵਰਸ ਹੁੰਦੀਆਂ ਸੀ ਬੰਗਾਲ ਦੇ ਨਵਾਬ ਕੋਲ, ਨਾਗਰਿਕ, ਪੁਲਿਸ ਤੇ ਫੌਜ ਦਾ ਪ੍ਰਬੰਧ ਕਰਨ ਦੀ ਸ਼ਕਤੀ। ਹੁਣ ਕਲਾਈਵ ਜਿਹੜਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਦੋਨੋਂ ਪਾਵਰਸ ਜਿਹੜੀਆਂ ਇਹ ਕੰਪਨੀ ਨੂੰ ਮਿਲ ਜਾਣ। ਇਸ ਕਰਕੇ ਉਸਨੇ ਇਸ ਪਾਸੇ ਵੱਲ ਕੰਮ ਜਿਹੜਾ ਸੀ ਉਹ ਕਰਨਾ ਸ਼ੁਰੂ ਕੀਤਾ। ਜਿਸ ਟਾਈਮ 'ਤੇ ਦੂਸਰੀ ਵਾਰ 1765 ਦੇ ਵਿੱਚੋਂ ਬੰਗਾਲ ਦਾ ਗਵਰਨਰ ਬਣ ਕੇ ਆਇਆ, ਉਸ ਟਾਈਮ ਦੇ ਵਿੱਚ ਮੀਰ ਜ਼ਾਫਰ ਦੀ ਡੈਥ ਹੋ ਗਈ ਸੀ 1765 ਈਸਵੀ ਦੇ ਵਿੱਚ। ਔਰ ਮੀਰ ਜ਼ਾਫਰ ਦੀ ਡੈਥ ਹੋਣ ਤੋਂ ਬਾਅਦ ਉਸ ਦਾ ਪੁੱਤਰ ਨਜ਼ਮੂਦੌਲਾ ਜਿਹੜਾ ਸੀ ਉਹ ਬੰਗਾਲ ਦਾ ਨਵਾਬ ਬਣਿਆ ਸੀਗਾ। ਤਾਂ ਇਸ ਟਾਈਮ ਦੇ ਉੱਤੇ ਕਲਾਈਵ ਨੇ 1765 ਈਸਵੀ ਦੇ ਵਿੱਚ ਹੀ ਮੀਰ ਜ਼ਾਫਰ ਦੇ ਪੁੱਤਰ ਨਜ਼ਮੂਦੌਲਾ ਦੇ ਨਾਲ ਇੱਕ ਸੰਧੀ ਕਰ ਲਈ। ਸੋ ਇੱਕ ਪਾਸੇ ਨਜ਼ਮੂਦੌਲਾ ਸੀ ਜਿਹੜਾ ਕਿ ਮੀਰ ਜ਼ਾਫਰ ਦਾ ਪੁੱਤਰ ਸੀ ਤੇ ਨਾਲ ਹੀ ਬੰਗਾਲ ਦਾ ਨਵਾਂ ਨਵਾਬ ਬਣਿਆ ਸੀ। ਦੂਸਰੇ ਪਾਸੇ ਕਲਾਈਵ ਸੀ। ਕਲਾਈਵ ਤੇ ਇਹਨਾਂ ਦੋਹਾਂ ਦੇ ਵਿਚਕਾਰ ਇੱਕ ਸੰਧੀ ਹੋਈ 1765 ਈਸਵੀ ਦੇ ਵਿੱਚ। ਔਰ ਇਸ ਸੰਧੀ ਦੇ ਅਕੋਰਡਿੰਗ ਕਲਾਈਵ ਨੇ ਨਜ਼ਮੂਦੌਲਾ ਦੇ ਕੋਲੋਂ ਬੰਗਾਲ ਦੇ ਵਿੱਚ ਨਿਜ਼ਾਮਤ ਦਾ ਅਧਿਕਾਰ ਜਿਹੜਾ ਸੀ ਉਸ ਦੇ ਕੋਲੋਂ ਹਾਸਿਲ ਕਰ ਲਿਆ। ਇਹਦਾ ਮਤਲਬ ਕਿ ਹੁਣ ਕੰਪਨੀ ਦੇ ਕੋਲੋਂ ਕਲਾਈਵ ਨੇ ਕੰਪਨੀ ਵਾਸਤੇ ਨਾਗਰਿਕ, ਪੁਲਿਸ ਤੇ ਫੌਜ ਦਾ ਪ੍ਰਬੰਧ ਕਰਨ ਦੀ ਸ਼ਕਤੀ ਜਿਹੜੀ ਸੀ ਉਹ ਨਜ਼ਮੂਦੌਲਾ ਦੇ ਕੋਲੋਂ ਲੈ ਲਈ। ਨਾਲ ਹੀ ਨਜ਼ਮੂਦੌਲਾ ਜਿਹੜਾ ਸੀ ਹੁਣ ਸਿਰਫ ਨਾਮ ਦਾ ਹੀ ਸ਼ਾਸਕ ਬਣ ਗਿਆ ਸੀਗਾ। ਸਿਰਫ ਸ਼ਾਸਨ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਉਸਦੇ ਕੋਲ ਸੀ। ਨਿਜ਼ਾਮਤ ਦਾ ਅਧਿਕਾਰ ਹੁਣ ਕਲਾਈਵ ਨੇ ਨਜ਼ਮੂਦੌਲਾ ਦੇ ਕੋਲੋਂ ਲੈ ਕੇ ਕੰਪਨੀ ਨੂੰ ਦੇ ਦਿੱਤਾ। ਔਰ ਨਜ਼ਮੂਦੌਲਾ ਨੂੰ ਇਹ ਕਿਹਾ ਕਿ 53 ਲੱਖ ਰੁਪਇਆ ਤੈਨੂੰ ਹਰੇਕ ਸਾਲ ਦਿੱਤਾ ਜਾਏਗਾ ਬੰਗਾਲ ਦੇ ਸ਼ਾਸਨ ਪ੍ਰਬੰਧ ਨੂੰ ਚਲਾਉਣ ਵਾਸਤੇ। ਦੂਸਰਾ ਅਧਿਕਾਰ ਜਿਹੜਾ ਦੀਵਾਨੀ ਦਾ ਅਧਿਕਾਰ, ਉਹ ਕਲਾਈਵ ਨੇ ਕਿਵੇਂ ਪ੍ਰਾਪਤ ਕੀਤਾ? ਉਹਦੇ ਵਾਸਤੇ ਕਲਾਈਵ ਨੇ ਮੁਗਲ ਸਮਰਾਟ ਸ਼ਾਹ ਆਲਮ ਦੇ ਨਾਲ ਸੰਧੀ ਕੀਤੀ ਸੀ 1765 ਦੇ ਵਿੱਚ। ਔਰ ਸ਼ਾਹ ਆਲਮ ਦੇ ਕੋਲੋਂ ਉਹਨਾਂ ਨੇ ਦੀਵਾਨੀ ਦਾ ਅਧਿਕਾਰ ਜਿਹੜਾ ਸੀ ਕਿਵੇਂ ਪ੍ਰਾਪਤ ਕੀਤਾ? ਕਲਾਈਵ ਨੇ ਮੁਗਲ ਸਮਰਾਟ ਸ਼ਾਹ ਆਲਮ ਨੂੰ ਇਹ ਕਿਹਾ ਕਿ ਤੈਨੂੰ ਅਸੀਂ ਹਰ ਸਾਲ 26 ਲੱਖ ਰੁਪਇਆ ਜਿਹੜਾ ਉਹ ਅਸੀਂ ਦੇਵਾਂਗੇ। ਨਾਲ ਦੀ ਨਾਲ ਅਵਧ ਦੇ ਨਵਾਬ ਦੇ ਕੋਲੋਂ ਇਲਾਹਾਬਾਦ ਤੇ ਕੜਾ ਦੇ ਪ੍ਰਦੇਸ਼ ਜੋ ਹਾਸਿਲ ਕੀਤੇ ਸੀਗੇ ਕੰਪਨੀ ਨੇ, ਇਹ ਦੋਨੇ ਹੀ ਜ਼ਿਲ੍ਹੇ ਜਿਹੜੇ ਸੀ ਇਹ ਮੁਗਲ ਸਮਰਾਟ ਸ਼ਾਹ ਆਲਮ ਨੂੰ ਦੇ ਦਿੱਤੇ ਤੋਹਫੇ ਵਜੋਂ। ਤੇ ਬਦਲੇ ਦੇ ਵਿੱਚ ਉਸ ਦੇ ਕੋਲੋਂ ਬੰਗਾਲ ਦੇ ਵਿੱਚੋਂ ਭੂਮੀ ਕਰ ਇਕੱਠਾ ਕਰਨ ਦਾ ਅਧਿਕਾਰ ਯਾਨੀ ਦੀਵਾਨੀ ਦਾ ਅਧਿਕਾਰ ਜਿਹੜਾ ਸੀ ਉਹ ਕਲਾਈਵ ਨੇ ਪ੍ਰਾਪਤ ਕਰ ਲਿਆ। ਇਸ ਤਰ੍ਹਾਂ ਦੀਵਾਨੀ ਤੇ ਨਿਜ਼ਾਮਤ ਦੋਨੇ ਹੀ ਅਧਿਕਾਰ ਜਿਹੜੇ ਸੀ ਉਹ ਕਲਾਈਵ ਪ੍ਰਾਪਤ ਕਰਨ ਦੇ ਵਿੱਚ ਕਾਮਯਾਬ ਹੋਇਆ ਤੇ ਕੰਪਨੀ ਨੂੰ ਦਬਾਉਣ ਦੇ ਵਿੱਚ ਕਾਮਯਾਬ ਹੋਇਆ। ਇਸ ਤਰ੍ਹਾਂ ਕਲਾਈਵ ਨੇ ਜਿਹੜਾ ਸੀ ਉਹ ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ। ਇਹਦੇ ਨਾਲ ਹੀ ਬੰਗਾਲ ਦੇ ਵਿੱਚ ਦੋ ਡਿਪਟੀ ਨਵਾਬ ਲਗਾਏ ਗਏ ਸੀਗੇ, ਮੁਹੰਮਦ ਰਜ਼ਾ ਖਾਂ ਤੇ ਸ਼ਿਤਾਬ ਰਾਏ। ਦੋ ਡਿਪਟੀ ਨਵਾਬ ਲਗਾਏ ਗਏ ਸੀ ਸਾਰੇ ਪ੍ਰਬੰਧ ਨੂੰ ਚਲਾਉਣ ਵਾਸਤੇ। ਮੁਹੰਮਦ ਰਜ਼ਾ ਖਾਨ ਜਿਹੜਾ ਸੀ ਉਸ ਨੂੰ ਬੰਗਾਲ ਦਾ ਡਿਪਟੀ ਨਵਾਬ ਬਣਾਇਆ ਗਿਆ ਸੀ ਤੇ ਸ਼ਿਤਾਬ ਰਾਏ ਨੂੰ ਬਿਹਾਰ ਦਾ ਡਿਪਟੀ ਨਵਾਬ ਜਿਹੜਾ ਸੀ ਉਹ ਬਣਾਇਆ ਗਿਆ ਸੀ। ਔਰ ਇਹ ਦੋਵੇਂ ਜਣੇ ਹੀ ਜਿਹੜੇ ਸੀਗੇ ਕੰਪਨੀ ਦੇ ਹੁਕਮ ਅਨੁਸਾਰ ਕੰਮ ਕਰਨ ਲੱਗ ਪਏ। ਥੈਂਕ ਯੂ।